ਹੈਲੋ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ 'ਤੇ। ਅੱਜ ਆਪਾਂ ਪੋਲਿਟੀ ਦਾ ਪਾਰਟ 5 ਲੈ ਕੇ ਹਾਜ਼ਰ ਹੋਏ ਹਾਂ। ਪਹਿਲੇ 4 ਪਾਰਟ ਆਪਾਂ ਆਲਰੇਡੀ ਅਪਲੋਡ ਕਰ ਦਿੱਤੇ ਨੇ। ਜੇਕਰ ਤੁਸੀਂ ਉਹ ਦੇਖਣਾ ਚਾਹੁੰਦੇ ਹੋ ਤਾਂ ਮੈਂ ਉਹਨਾਂ ਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੇਣਾ, ਤੁਸੀਂ ਜਾ ਕੇ ਦੇਖ ਲੈਣਾ। ਅਦਰਵਾਈਜ਼ ਤੁਸੀਂ ਆਪਣੇ ਚੈਨਲ 'ਤੇ ਵਿਜ਼ਿਟ ਕਰੋ, ਉੱਥੇ ਪਲੇਲਿਸਟ ਬਣੀਆਂ ਹੋਈਆਂ ਨੇ ਪੰਜਾਬ ਜੀ ਕੇ, ਮਾਡਰਨ ਹਿਸਟਰੀ, ਪੋਲਿਟੀ। ਉੱਥੇ ਸੀਰੀਜ਼ ਵਾਈਜ਼ ਵੀਡੀਓ ਲੱਗੀਆਂ, ਤੁਸੀਂ ਜਾ ਕੇ ਦੇਖ ਸਕਦੇ ਹੋ। ਜੇਕਰ ਤੁਸੀਂ ਮੇਰੇ ਚੈਨਲ ਨਾਲ ਜੁੜੇ ਰਹਿਣਾ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ 'ਤੇ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀਆਂ ਸਾਰੀਆਂ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ ਅਤੇ ਤੁਹਾਡੀ ਤਿਆਰੀ ਮੁਕੰਮਲ ਤਰੀਕੇ ਨਾਲ ਚੱਲਦੀ ਰਹੇ। ਆਪਣੇ 2 ਸੈਸ਼ਨ ਚੱਲ ਰਹੇ ਨੇ ਪੰਜਾਬ ਜੀ ਕੇ ਅਤੇ ਪੋਲਿਟੀ ਦਾ, ਮਤਲਬ ਟੌਪਿਕ ਵਾਈਜ਼ ਚੱਲ ਰਹੇ ਨੇ ਅਤੇ ਬਹੁਤ ਇੰਪੋਰਟੈਂਟ ਸੈਸ਼ਨ ਨੇ ਤੁਹਾਡੇ ਲਈ। ਅਤੇ ਸੁਬਾਹ ਜਿਹੜੀ ਆਪਣੀ 10 ਵਜੇ ਵੀਡੀਓ ਆਉਂਦੀ ਹੈ ਉਹ ਆਉਂਦੀ ਹੈ ਪੋਲਿਟੀ, ਅਤੇ ਸ਼ਾਮ ਨੂੰ 5 ਵਜੇ ਆਪਣੀ ਜਿਹੜੀ ਵੀਡੀਓ ਆਉਂਦੀ ਹੈ ਉਹ ਆਉਂਦੀ ਹੈ ਪੰਜਾਬ ਜੀ ਕੇ ਦੀ। ਠੀਕ ਹੈ, ਤਾਂ ਅੱਜ ਦਾ ਜਿਹੜਾ ਆਪਣਾ ਸੈਸ਼ਨ ਹੈ ਉਹ ਆਪਾਂ ਸਟਾਰਟ ਕਰਦੇ ਹਾਂ ਜਿਹਦੀ ਪਹਿਲੀ ਸਲਾਈਡ ਦੇ ਨਾਲ। ਅੱਜ ਦਾ ਜਿਹੜਾ ਆਪਣਾ ਟੌਪਿਕ ਹੈ ਉਹ DPSP, ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪੋਲਿਸੀ, ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤ ਵੀ ਕਹਿ ਦਿੰਦੇ ਹਾਂ। ਠੀਕ ਹੈ ਜੀ, ਤਾਂ ਅੱਜ ਦੀ ਪਹਿਲੀ ਸਲਾਈਡ ਤੋਂ ਇਹਦੀ ਆਪਾਂ ਸ਼ੁਰੂਆਤ ਕਰਦੇ ਹਾਂ। DPSP ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਸੰਵਿਧਾਨ ਦੇ ਪਾਰਟ 4 ਦੇ ਵਿੱਚ ਪਾਏ ਜਾਂਦੇ ਨੇ। ਠੀਕ ਹੈ ਜੀ, ਚੌਥੇ ਭਾਗ ਦੇ ਵਿੱਚ ਨੇ। ਠੀਕ ਹੈ, ਅਤੇ 4A ਦੇ ਵਿੱਚ ਕੀ ਹੈ, ਕੱਲ੍ਹ ਆਪਾਂ ਪੜ੍ਹ ਕੇ ਗਏ ਹਾਂ ਫੰਡਾਮੈਂਟਲ ਡਿਊਟੀਜ਼। ਠੀਕ ਹੈ, ਤਾਂ 4A ਦੇ ਵਿੱਚ ਕਿਉਂਕਿ ਉਹ ਅਮੈਂਡਮੈਂਟ ਦੇ ਥਰੂ ਦਰਜ ਕੀਤੀਆਂ ਗਈਆਂ ਨੇ ਆਪਣੇ ਕੌਨਸਟੀਟਿਊਸ਼ਨ ਦੇ ਵਿੱਚ। ਠੀਕ ਹੈ ਜੀ, ਤਾਂ ਪਾਰਟ 4 ਦੇ ਵਿੱਚ ਆਪਣੇ DPSP ਪਾਏ ਜਾਂਦੇ ਨੇ ਅਤੇ ਇਹਨਾਂ ਦਾ ਆਰਟੀਕਲ ਕਿੱਥੋਂ ਤੋਂ ਕਿੱਥੋਂ ਤੱਕ ਹੈ, 36 ਤੋਂ ਲੈ ਕੇ 51 ਤੱਕ ਨੇ। ਠੀਕ ਹੈ ਜੀ, 12 ਤੋਂ ਲੈ ਕੇ 35 ਤੱਕ ਆਪਣੇ ਕੀ ਨੇ, ਫੰਡਾਮੈਂਟਲ ਰਾਈਟਸ। ਉਸ ਤੋਂ ਅਗਲਾ ਜਿਹੜਾ ਪਾਰਟ ਹੈ ਉਹ ਆਪਣਾ DPSP ਦਾ ਆ ਜਾਂਦਾ 36 ਤੋਂ ਲੈ ਕੇ 51 ਤੱਕ, ਅਤੇ 51A ਦੇ ਵਿੱਚ ਆਪਣੀਆਂ ਆ ਜਾਂਦੇ ਨੇ ਫੰਡਾਮੈਂਟਲ ਡਿਊਟੀਜ਼। ਇਹ ਤੁਸੀਂ ਯਾਦ ਰੱਖਣਾ, ਆਪਾਂ ਪਿਛਲੇ ਸੈਸ਼ਨ ਕਰਕੇ ਗਏ ਹਾਂ, ਉਹ ਵੀ ਤੁਹਾਡੇ ਲਈ ਦੇਖਣੇ ਬਹੁਤ ਇੰਪੋਰਟੈਂਟ ਨੇ ਜੇਕਰ ਤੁਸੀਂ ਆਪਣੀ ਤਿਆਰੀ ਕੰਟੀਨਿਊ ਰੱਖਣਾ ਚਾਹੁੰਦੇ ਹੋ। ਠੀਕ ਹੈ ਜੀ, ਤਾਂ ਇੱਕ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਆਪਾਂ ਕਿਸ ਦੇਸ਼ ਦੇ ਸੰਵਿਧਾਨ ਤੋਂ ਲਏ ਨੇ, ਤਾਂ ਬੋਰੋਡ ਫਰੋਮ ਆਇਰਿਸ਼ ਕੌਨਸਟੀਟਿਊਸ਼ਨ। ਠੀਕ ਹੈ, ਆਇਰਿਸ਼ ਕੌਨਸਟੀਟਿਊਸ਼ਨ ਤੋਂ ਆਪਾਂ ਮਤਲਬ ਇਹਦਾ ਆਈਡੀਆ ਲਿਆ ਹੈਗਾ DPSP ਦਾ। ਤਾਂ BR ਅੰਬੇਦਕਰ ਨੇ ਇਹਨੂੰ ਕਿਹਾ ਨੋਵਲ ਫੀਚਰ ਆਫ ਦੀ ਇੰਡੀਅਨ ਕੌਨਸਟੀਟਿਊਸ਼ਨ। ਠੀਕ ਹੈ ਜੀ, ਤਾਂ ਇਹ ਨੋਵਲ ਫੀਚਰ ਨੇ ਆਪਣੇ ਇੰਡੀਅਨ ਕੌਨਸਟੀਟਿਊਸ਼ਨ ਦੇ। ਠੀਕ ਹੈ, ਤਾਂ ਲਾਸਟ 'ਤੇ ਮੈਂ ਰੱਖਿਆ ਨੋਨ ਜਸਟਿਸ਼ੀਏਬਲ। ਠੀਕ ਹੈ, ਜਿਹੜੀਆਂ ਆਪਣੀਆਂ ਫੰਡਾਮੈਂਟਲ ਡਿਊਟੀਜ਼ ਨੇ ਉਹ ਵੀ ਆਪਣੀਆਂ ਨੋਨ ਜਸਟਿਸ਼ੀਏਬਲ ਨੇ, ਅਤੇ ਇਹ ਜਿਹੜੇ DPSP ਨੇ ਇਹ ਵੀ ਨੋਨ ਜਸਟਿਸ਼ੀਏਬਲ ਨੇ। ਇਹਦਾ ਮਤਲਬ ਇਹ ਹੈ ਕਿ ਆਪਾਂ ਇਹਨਾਂ ਨੂੰ ਲਾਗੂ ਕਰਵਾਉਣ ਦੇ ਲਈ ਆਪਾਂ ਕਿਸੇ ਵੀ ਹਾਈ ਕੋਰਟ ਜਾਂ ਸੁਪਰੀਮ ਕੋਰਟ ਦਾ ਸਹਾਰਾ ਨਹੀਂ ਲੈ ਸਕਦੇ। ਠੀਕ ਹੈ ਜੀ, ਮਤਲਬ ਜੁਡੀਸ਼ਰੀ ਦੇ ਇਹਦੇ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਹੈਗੀ। ਠੀਕ ਹੈ, ਤਾਂ ਇਹ ਆਪਣੇ ਵੈਲਫੇਅਰ ਦੇ ਲਈ ਬਣਾਏ ਗਏ ਨੇ, ਆਪਣੇ ਇੰਡੀਆ ਦੇ ਮਤਲਬ ਆਪਣੇ ਦੇਸ਼ ਦੇ ਵੈਲਫੇਅਰ ਦੇ ਲਈ ਬਣਾਏ ਗਏ ਨੇ ਇਹ, ਕਿ ਆਪਾਂ ਆਪਣੇ ਦੇਸ਼ ਨੂੰ ਸਾਫ਼ ਸੁਥਰਾ ਰੱਖੀਏ। ਠੀਕ ਹੈ ਜੀ, ਤਾਂ ਇਹ ਵੀ ਜਿਹੜੇ ਆਪਣੇ ਵੈਲਫੇਅਰ ਦੇ ਲਈ ਬਣਾਏ ਗਏ ਨੇ DPSP। ਅੱਜ ਦੇ ਸੈਸ਼ਨ ਦਾ ਜਿਹੜਾ ਆਪਣਾ ਪਹਿਲਾ ਕੁਐਸਚਨ ਹੈ ਉਹ ਹੈ ਸੰਵਿਧਾਨ ਦਾ ਕਿਹੜਾ ਭਾਗ DPSP ਨਾਲ ਸੰਬੰਧਿਤ ਹੈ। ਇਹ ਜਿਹੜੇ ਮੈਂ ਤੁਹਾਨੂੰ MCQ ਰੱਖਦਾ, ਨਹੀਂ ਮੈਂ ਤੁਹਾਨੂੰ ਇਕੱਲੇ ਫੈਕਟ ਕਰਵਾ ਦਿਆ ਕਰਾਂ, ਬਟ ਜਿਹੜਾ ਤੁਹਾਨੂੰ ਪੇਪਰ ਆਉਣਾ ਉਹ MCQ ਦੀ ਫਾਰਮ ਦੇ ਵਿੱਚ ਆਉਣਾ, ਤੁਹਾਨੂੰ ਪਤਾ ਹੈ। ਠੀਕ ਹੈ, ਆਪਾਂ ਉਹਦੇ ਵਿੱਚੋਂ ਇੱਕ ਆਪਸ਼ਨ ਚੁਣਨਾ ਹੁੰਦਾ। ਤਾਂ ਜੇਕਰ ਮੈਂ ਤੁਹਾਨੂੰ MCQ ਨਹੀਂ, ਮਤਲਬ ਇਹ ਤੁਹਾਨੂੰ ਮੈਂ ਜਿਹੜੇ ਤੁਹਾਡੇ ਕੁਐਸਚਨ ਨੇ MCQ ਦੀ ਫਾਰਮ ਦੇ ਵਿੱਚ ਨਹੀਂ ਰੱਖਾਂਗਾ ਤਾਂ ਮਤਲਬ ਤੁਹਾਨੂੰ ਸਮਝ ਨਹੀਂ ਆਉਣੀ ਉਹ ਗੱਲ ਦੀ। MCQ ਕਰਨੇ ਆਪਣੇ ਲਈ ਬਹੁਤ ਇੰਪੋਰਟੈਂਟ ਨੇ। ਤਾਂ ਵਿਚ ਪਾਰਟ ਆਫ ਦੀ ਕੌਨਸਟੀਟਿਊਸ਼ਨ ਇਜ਼ ਰਿਲੇਟਡ ਟੂ DPSP, ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪੋਲਿਸੀ, ਪਾਰਟ 2, ਪਾਰਟ 3, ਪਾਰਟ 4 ਜਾਂ ਪਾਰਟ 4A। ਠੀਕ ਹੈ, ਆਪਸ਼ਨ ਵੀ ਤੁਹਾਨੂੰ ਉਹਨਾਂ ਨੇ ਇਸ ਤਰ੍ਹਾਂ ਸੈੱਟ ਕਰਨੇ ਆ ਕਿ ਤੁਸੀਂ ਕਨਫਿਊਜ਼ ਹੋ ਜਾਓ। ਠੀਕ ਹੈ ਜੀ, ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ ਆਨਸਰ ਨੰਬਰ 3। ਠੀਕ ਹੈ, ਪਾਰਟ 4 ਦੇ ਵਿੱਚ ਨੇ। ਅਤੇ ਜਿਹੜਾ ਪਾਰਟ 2 ਹੈ ਉਹ ਕਾਹਦੇ ਨਾਲ ਸੰਬੰਧਿਤ ਹੈ, ਜਿਹੜਾ ਆਪਣਾ ਪਾਰਟ 2 ਹੈ ਉਹ ਆਪਣਾ ਸਿਟੀਜ਼ਨਸ਼ਿਪ ਦੇ ਨਾਲ ਸੰਬੰਧਿਤ ਹੈ। ਠੀਕ ਹੈ ਜੀ, 5 ਤੋਂ ਲੈ ਕੇ 11 ਆਰਟੀਕਲ। ਪਾਰਟ 3 ਅੱਗੇ ਆਪਣਾ ਫੰਡਾਮੈਂਟਲ ਰਾਈਟਸ ਦੇ ਨਾਲ ਸੰਬੰਧਿਤ ਹੈ, 12 ਤੋਂ ਲੈ ਕੇ 35 ਤੱਕ ਆਰਟੀਕਲ। ਪਾਰਟ 4 ਹੈ ਜਿਹੜਾ ਆਪਣਾ DPSP ਨਾਲ, ਠੀਕ ਹੈ, 36 ਤੋਂ ਲੈ ਕੇ 51 ਤੱਕ। ਅਤੇ ਪਾਰਟ 4A ਕਿਉਂ ਇਹਦੇ ਅੱਗੇ ਪਾਇਆ, ਕਿਉਂਕਿ ਅਮੈਂਡਮੈਂਟ ਦੇ ਥਰੂ ਇਹ ਆਪਾਂ ਐਡ ਕੀਤਾ 42ਵੀਂ ਅਮੈਂਡਮੈਂਟ ਦੇ ਥਰੂ, ਜਿਹੜੀਆਂ ਆਪਣੀਆਂ ਫੰਡਾਮੈਂਟਲ ਡਿਊਟੀਜ਼ ਨੇ ਕਿੰਨੀਆਂ ਨੇ, 11। ਇਹ ਤੁਸੀਂ ਯਾਦ ਰੱਖਣਾ। ਤਾਂ ਆਪਾਂ ਕੁਐਸਚਨਸ ਦੇ ਨਾਲ ਨਾਲ ਫੈਕਟ ਵੀ ਕਲੀਅਰ ਕਰਦੇ ਜਾਣਾ। ਠੀਕ ਹੈ ਜੀ, ਦੂਸਰਾ ਜਿਹੜਾ ਆਪਣਾ ਕੁਐਸਚਨ ਹੈ ਉਹ ਸੰਵਿਧਾਨ ਦਾ ਕਿਹੜਾ ਅਨੁਛੇਦ DPSP ਨਾਲ ਸੰਬੰਧਿਤ ਹੈ। ਵਿਚ ਆਰਟੀਕਲ ਆਫ ਕੌਨਸਟੀਟਿਊਸ਼ਨ ਇਜ਼ ਰਿਲੇਟਡ ਟੂ DPSP, ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪੋਲਿਸੀ, 12 ਤੋਂ 35, 36 ਤੋਂ 51, 51A ਜਾਂ 52 ਤੋਂ 62। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ ਆਨਸਰ ਨੰਬਰ 2, 36 ਤੋਂ ਲੈ ਕੇ 51 ਤੱਕ। 12 ਤੋਂ 35 ਤੁਹਾਨੂੰ ਮੈਂ ਪਿੱਛੇ ਦੱਸ ਕੇ ਗਿਆ ਕਿ ਆਪਣੇ ਫੰਡਾਮੈਂਟਲ ਰਾਈਟਸ ਨਾਲ ਸੰਬੰਧਿਤ ਨੇ। ਠੀਕ ਹੈ ਜੀ, 51A ਆਪਣਾ ਫੰਡਾਮੈਂਟਲ ਡਿਊਟੀਜ਼ ਨਾਲ ਹੈ। 52 ਤੋਂ ਲੈ ਕੇ 62 ਤੱਕ ਆਪਣੇ ਰਾਸ਼ਟਰਪਤੀ ਨਾਲ ਸੰਬੰਧਿਤ ਨੇ, ਪ੍ਰੈਜ਼ੀਡੈਂਟ ਨਾਲ। ਠੀਕ ਹੈ, ਇਹ ਆਪਾਂ ਅੱਗੇ ਕਰਾਂਗੇ, ਆਉਣ ਵਾਲਾ ਇੱਕ ਵੀ ਸੈਸ਼ਨ ਤੁਸੀਂ ਮਿਸ ਨਾ ਕਰਿਓ। ਠੀਕ ਹੈ, ਸਾਰੇ ਸੈਸ਼ਨ ਤੁਹਾਡੇ ਲਈ ਕੰਟੀਨਿਊਟੀ ਦੇ ਵਿੱਚ ਦੇਖਣੇ ਜ਼ਰੂਰੀ ਨੇ। ਜੇ ਤੁਸੀਂ ਕੰਟੀਨਿਊ ਦੇਖੋਗੇ ਤਾਂ ਤੁਹਾਨੂੰ ਇਹਦੀ ਵਧੀਆ ਸਮਝ ਆਉਣੀ ਹੈ। ਠੀਕ ਹੈ ਜੀ, ਕਿਉਂਕਿ ਆਪਾਂ ਕੰਟੀਨਿਊ ਚੱਲ ਰਹੇ ਹਾਂ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ ਆਨਸਰ ਨੰਬਰ 2, 36 ਤੋਂ ਲੈ ਕੇ 51 ਤੱਕ।
ਅਗਲਾ ਜਿਹੜਾ ਆਪਣਾ ਕੁਐਸਚਨ ਹੋਇਆ DPSP ਕਿਸ ਸੰਵਿਧਾਨ ਤੋਂ ਲਏ ਗਏ ਨੇ, ਮਤਲਬ ਇਹਦਾ ਜਿਹੜਾ ਆਈਡੀਆ DPSP ਦਾ ਉਹ ਆਪਾਂ ਕਿਸ ਦੇਸ਼ ਦੇ ਸੰਵਿਧਾਨ ਤੋਂ ਲਿਆ। DPSP ਆਰ ਬੋਰੋਡ ਫਰੋਮ ਵਿਚ ਕਨਸਟੀਟਿਊਸ਼ਨ, ਇੰਗਲੈਂਡ, ਆਸਟ੍ਰੇਲੀਆ, ਆਇਰਿਸ਼ ਜਾਂ ਰਸ਼ੀਆ। ਤਾਂ ਰਸ਼ੀਆ ਮੈਂ ਤੁਹਾਨੂੰ ਕੱਲ ਕਰਵਾ ਕੇ ਗਿਆ, ਜਿਹੜੀਆਂ ਫੰਡਾਮੈਂਟਲ ਡਿਊਟੀਜ਼ ਨੇ ਆਪਣੀਆਂ ਉਹ ਰਸ਼ੀਆ ਤੋਂ ਲਈਆਂ। ਇਹਨੂੰ USSR ਵੀ ਬੋਲ ਦਿੰਦੇ ਨੇ, ਠੀਕ ਹੈ ਜੀ। ਬਟ DPSP ਆਪਣੇ ਕਿਹੜੇ ਕਨਸਟੀਟਿਊਸ਼ਨ ਤੋਂ ਲਏ ਨੇ? ਆਨਸਰ ਨੰਬਰ 3 ਆਇਰਿਸ਼ ਕਨਸਟੀਟਿਊਸ਼ਨ ਤੋਂ। ਇਹ ਤੁਸੀਂ ਯਾਦ ਰੱਖਣਾ, ਠੀਕ ਹੈ ਜੀ। ਇਹ ਪੁੱਛਿਆ ਜਾਂਦਾ, ਇਹ ਕੁਐਸਚਨ ਆਉਂਦੇ ਨੇ ਕਿ ਆਪਣਾ ਜਿਹੜਾ ਇਹ ਆਈਡੀਆ ਆਪਾਂ ਕਿਹੜੇ ਦੇਸ਼ ਤੋਂ ਲਿਆ। ਫੰਡਾਮੈਂਟਲ ਰਾਈਟਸ ਦਾ ਵੀ ਪੁੱਛ ਲੈਂਦੇ ਨੇ, DPSP ਦਾ ਵੀ, ਡਿਊਟੀਜ਼ ਦਾ ਵੀ, ਠੀਕ ਹੈ ਜੀ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਅਗਲਾ ਜਿਹੜਾ ਆਪਣਾ ਕੁਐਸਚਨ ਆ ਉਹ ਕੀ DPSP ਨਿਆਂਯੋਗ ਹਨ? ਇਜ਼ DPSP ਆਰ ਜਸਟਿਸ਼ੇਬਲ ਨੇਚਰ? ਯੈਸ, ਨੋ, ਸਮਟਾਈਮ ਜਾਂ ਨਨ ਆਫ ਦੀ ਅਬਵ। ਠੀਕ ਹੈ, ਕੁਐਸਚਨ ਤੁਹਾਨੂੰ ਇਸ ਤਰ੍ਹਾਂ ਉਹ ਸੈੱਟ ਕਰਨਗੇ, ਠੀਕ ਹੈ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ ਆਨਸਰ ਨੰਬਰ 2 ਨੋ। ਇਹ ਜਸਟਿਸ਼ੇਬਲ ਨਹੀਂ ਹੈਗੇ। ਜਸਟਿਸ਼ੇਬਲ ਮਤਲਬ ਜੇ ਆਪਾਂ ਇਹਨਾਂ ਨੂੰ ਲਾਗੂ ਕਰਵਾਉਣਾ, ਆਪਾਂ ਕਿਸੇ ਵੀ ਹਾਈ ਕੋਰਟ ਜਾਂ ਸੁਪਰੀਮ ਕੋਰਟ ਦਾ ਸਹਾਰਾ ਨਹੀਂ ਲੈ ਸਕਦੇ, ਠੀਕ ਹੈ। DPSP ਆਪਣੇ ਵੈਲਫੇਅਰ ਦੇ ਲਈ ਬਣਾਏ ਗਏ ਨੇ। ਆਪਾਂ ਨੂੰ ਇੰਸਟਰਕਸ਼ਨਸ ਦਿੱਤੀਆਂ ਗਈਆਂ ਨੇ ਇਹਦੇ ਵਿੱਚ ਕਿ ਤੁਸੀਂ ਆਪਣੇ ਦੇਸ਼ ਨੂੰ ਕਿਵੇਂ ਚਲਾਉਣਾ, ਠੀਕ ਹੈ, ਤੁਸੀਂ ਕਿਵੇਂ ਇਹਨੂੰ ਸਾਫ਼ ਸੁਥਰਾ ਰੱਖਣਾ, ਠੀਕ ਹੈ। ਤਾਂ ਉਹ ਚੀਜ਼ਾਂ ਇਹਦੇ ਵਿੱਚ ਦਿੱਤੀਆਂ ਹੋਈਆਂ, ਬਟ ਇਹਦੇ ਵਿੱਚ ਆਪਾਂ ਇਹਨੂੰ ਲਾਗੂ ਨਹੀਂ ਕਰਵਾ ਸਕਦੇ ਕਿਸੇ ਹਾਈ ਕੋਰਟ ਜਾਂ ਸੁਪਰੀਮ ਕੋਰਟ ਦਾ ਸਹਾਰਾ ਲੈ ਕੇ, ਠੀਕ ਹੈ ਜੀ। ਤਾਂ ਇਹ ਨੋਨ ਜਸਟਿਸ਼ੀਏਬਲ ਨੇ। ਅਗਲਾ ਜਿਹੜਾ ਆਪਣਾ ਕੁਐਸਚਨ ਹੈ DPSP ਨੂੰ ਭਾਰਤੀ ਸੰਵਿਧਾਨ ਦੇ ਆਦਰਸ਼ ਫੀਚਰ ਕਿਸ ਨੇ ਕਿਹਾ? ਹੂ ਇਜ਼ ਕਾਲਡ DPSP ਆਰ ਨੋਬਲ ਫੀਚਰ ਆਫ ਇੰਡੀਅਨ ਕਨਸਟੀਟਿਊਸ਼ਨ? BR ਅੰਬੇਦਕਰ, ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ, ਆਲ ਆਫ ਦੀ ਅਬਵ। ਆਪਸ਼ਨ ਦੇ ਵਿੱਚ ਤੁਹਾਨੂੰ ਮਤਲਬ ਸਾਰੀਆਂ ਮਤਲਬ ਵਧੀਆ ਪਰਸਨੈਲਿਟੀਆਂ ਦੇ ਨਾਂ ਤੁਹਾਨੂੰ ਰੱਖ ਦੇਣੇ ਉਹਨਾਂ ਨੇ ਆਪਸ਼ਨ ਦੇ ਵਿੱਚ, ਤਾਂ ਕਿ ਤੁਸੀਂ ਕਨਫਿਊਜ਼ ਹੋ ਜਾਓ ਕਿ ਇਹਨਾਂ 'ਚੋਂ ਕਿਹੜੀ ਪਰਸਨੈਲਿਟੀ ਨੇ ਇਹ ਸ਼ਬਦ ਕਹੇ ਨੇ ਕਿ ਇਹ ਨੋਬਲ ਫੀਚਰ ਨੇ DPSP, ਠੀਕ ਹੈ ਜੀ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ ਆਨਸਰ ਨੰਬਰ 1 BR ਅੰਬੇਦਕਰ ਜੀ, ਠੀਕ ਹੈ। ਆਪਾਂ ਜਾਣਦੇ ਹਾਂ ਜਿਹੜੇ ਡਰਾਫਟਿੰਗ ਕਮੇਟੀ ਦੇ ਮਤਲਬ ਮੈਂਬਰ ਰਹੇ ਨੇ ਜਦੋਂ ਆਪਣਾ ਸੰਵਿਧਾਨ ਬਣਿਆ, ਠੀਕ ਹੈ। ਤਾਂ ਇਹ ਵੀ ਆਪਾਂ ਸਾਰੇ ਕੁਐਸਚਨ ਕਵਰ ਕਰਨੇ ਨੇ ਜਿਹੜੀਆਂ ਡਰਾਫਟਿੰਗ ਕਮੇਟੀ ਸੀ, ਠੀਕ ਹੈ। ਤਾਂ ਮਤਲਬ ਜਿੰਨੀਆਂ ਵੀ ਆਪਣੀ ਕੌਂਸਟੀਟਿਊਸ਼ਨ ਅਸੈਂਬਲੀ ਕਦੋਂ ਬਣੀ, ਠੀਕ ਹੈ, ਕੱਲਾ ਕੁਐਸਚਨ ਆਪਾਂ ਕਰਾਂਗੇ ਅੱਗੇ ਆਉਣ ਵਾਲੇ ਸੈਸ਼ਨ ਦੇ ਵਿੱਚ। ਇਹ ਤੁਸੀਂ ਬਣੇ ਰਹਿਣਾ ਆਪਣੇ ਚੈਨਲ ਦੇ ਨਾਲ। ਤਾਂ BR ਅੰਬੇਦਕਰ ਜੀ ਨੇ ਕਿਹਾ ਸੀ ਨੋਬਲ ਫੀਚਰ। ਅਗਲਾ ਜਿਹੜਾ ਆਪਣਾ ਕੁਐਸਚਨ ਹੈ ਸੰਵਿਧਾਨ ਦਾ ਕਿਹੜਾ ਭਾਗ ਰਾਜ ਦੀ ਭਲਾਈ ਦੇ ਤੌਰ 'ਤੇ ਜਾਣਿਆ ਜਾਂਦਾ? ਵਿਚ ਪਾਰਟ ਆਫ ਦੀ ਕਨਸਟੀਟਿਊਸ਼ਨ ਨੋਨ ਐਜ਼ ਵੈਲਫੇਅਰ ਆਫ ਸਟੇਟ, ਠੀਕ ਹੈ। ਤਾਂ ਫੰਡਾਮੈਂਟਲ ਰਾਈਟਸ, ਫੰਡਾਮੈਂਟਲ ਡਿਊਟੀਜ਼, DPSP ਜਾਂ ਆਲ ਆਫ ਦੀ ਅਬਵ। ਆਲ ਆਫ ਦੀ ਅਬਵ ਦਾ ਜਿਹੜਾ ਆਪਸ਼ਨ ਹੁੰਦਾ ਨਾ, ਇਹ ਆਪਾਂ ਨੂੰ ਬਹੁਤ ਕਨਫਿਊਜ਼ ਕਰਦਾ ਕਿ ਕਈ ਵਾਰੀ ਸਾਰਿਆਂ ਦੇ ਵਿੱਚ ਹੀ ਨਾ ਇਹ ਚੀਜ਼ ਲਿਖੀ ਪਈ ਹੋਵੇ ਨਾ ਕਿ ਵੈਲਫੇਅਰ ਦੇ ਲਈ, ਤਾਂ ਇੱਥੇ ਆਪਾਂ ਕਨਫਿਊਜ਼ ਹੋ ਜਾਂਦੇ ਹਾਂ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ ਆਨਸਰ ਨੰਬਰ 3 DPSP ਦੇ ਵਿੱਚ ਇਹ ਕਿਹਾ ਗਿਆ ਮਤਲਬ ਜਿਹੜੀ ਵੈਲਫੇਅਰ ਦੇ ਲਈ ਗੱਲ ਕੀਤੀ ਗਈ ਹੈ ਵੈਲਫੇਅਰ ਦੀ, ਤਾਂ ਉਹ DPSP ਦੇ ਵਿੱਚ ਕੀਤੀ ਗਈ ਹੈ, ਤੁਸੀਂ ਯਾਦ ਰੱਖਣਾ, ਠੀਕ ਹੈ ਜੀ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ DPSP ਆਨਸਰ ਨੰਬਰ 3। ਇਹਨਾਂ ਵਿੱਚੋਂ DPSP ਵਿੱਚੋਂ ਕਿਹੜਾ ਅਨੁਛੇਦ ਪੰਚਾਇਤਾਂ ਨਾਲ ਸੰਬੰਧ ਹੈ? ਵਿਚ ਆਫ ਦੀ ਫੋਲੋਇੰਗ ਆਰਟੀਕਲ ਇਜ਼ ਰਿਲੇਟਡ ਟੂ ਆਰਗੇਨਾਈਜੇਸ਼ਨ ਆਫ ਵਿਲੇਜ ਪੰਚਾਇਤ ਨੇ DPSP, ਠੀਕ ਹੈ। ਵਿਲੇਜ ਪੰਚਾਇਤ ਦਾ ਆਈਡੀਆ ਜਿਹੜਾ ਦਿੱਤਾ ਗਿਆ ਉਹ DPSP ਦੇ ਵਿੱਚ ਕਿਹੜੇ ਆਰਟੀਕਲ ਦੇ ਵਿੱਚ ਦਿੱਤਾ ਗਿਆ? ਜਾਂ ਤੁਹਾਨੂੰ ਸਿੰਪਲੀ ਵੀ ਪੁੱਛ ਸਕਦੇ ਆ, ਇਹ ਤੁਹਾਨੂੰ ਜ਼ਰੂਰੀ ਨਹੀਂ ਕਿ ਇਹ ਰੱਖਣ ਨਾਲ ਕਿ DPSP ਦੇ ਵਿੱਚ ਕਿਹੜਾ ਆਰਟੀਕਲ ਹੈ। ਸਿੰਪਲ ਵੀ ਆਰਟੀਕਲ ਪੁੱਛ ਸਕਦੇ ਕਿ ਕਿਹੜਾ ਆਰਟੀਕਲ ਹੈ ਜਿਹੜਾ ਵਿਲੇਜ ਪੰਚਾਇਤ ਨਾਲ ਸੰਬੰਧਿਤ ਹੈ। ਇਹ ਵੀ ਆਪਾਂ ਮਤਲਬ ਤੁਹਾਨੂੰ ਆਪਸ਼ਨ ਦੇ ਵਿੱਚੋਂ ਰੱਖ ਸਕਦੇ ਨੇ 36, 37, 39 ਜਾਂ 40। ਸਭ ਤੋਂ ਪਹਿਲੀ ਜਿਹੜੀ ਆਪਣੀ ਪੰਚਾਇਤ ਬਣੀ ਸੀ ਤੁਹਾਨੂੰ ਪਤਾ ਹੋਣਾ ਚਾਹੀਦਾ। ਨਾਲ ਆਪਾਂ ਤੁਹਾਨੂੰ ਕੋਈ ਜ਼ਰੂਰੀ ਫੈਕਟ ਨੇ ਜਿਹੜੇ, ਠੀਕ ਹੈ, ਜਿਹੜੇ GK ਦੇ ਕੋਈ ਵੀ ਫੈਕਟ ਮੇਰੇ ਯਾਦ ਆਉਂਦਾ ਤਾਂ ਤੁਹਾਨੂੰ ਨਾਲ ਮੈਂ ਉਹ ਕਵਰ ਕਰਵਾਉਂਦੇ ਜਾਣਾ। ਜਿਹੜੀ ਪਹਿਲੀ ਪੰਚਾਇਤ ਬਣੀ ਸੀ ਰਾਜਸਥਾਨ ਦੇ ਵਿੱਚ ਬਣੀ ਸੀ, ਤੁਸੀਂ ਯਾਦ ਰੱਖਣਾ। ਰਾਜਸਥਾਨ ਦੇ ਕਿੱਥੇ? ਨਾਗੌਰ ਡਿਸਟ੍ਰਿਕਟ ਦੇ ਵਿੱਚ ਬਣੀ ਸੀ, ਤੁਸੀਂ ਯਾਦ ਰੱਖਣਾ, ਠੀਕ ਹੈ ਜੀ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ ਆਨਸਰ ਨੰਬਰ 4, ਠੀਕ ਹੈ। ਆਰਟੀਕਲ ਜਿਹੜਾ 40 ਹੈ ਉਹ ਵਿਲੇਜ ਪੰਚਾਇਤ ਨਾਲ ਸੰਬੰਧਿਤ ਹੈ। ਇਹ ਬਹੁਤ ਵਾਰ ਪੁੱਛਿਆ ਗਿਆ, ਇਹ ਆਰਟੀਕਲ ਬਹੁਤ ਇੰਪੋਰਟੈਂਟ ਹੈ, ਤੁਸੀਂ ਚੰਗੀ ਤਰ੍ਹਾਂ ਨੋਟ ਕਰ ਲੈਣਾ। ਇੱਕ ਤੁਸੀਂ ਆਪਣੀ ਕਾਪੀ ਪੈਨ ਨਾਲ ਲੈ ਕੇ ਰੱਖਿਆ ਕਰੋ, ਠੀਕ ਹੈ। ਤਾਂ ਨਾਲ ਇਹਨੂੰ ਨੋਟ ਕਰਦੇ ਜਾਓ, ਅਤੇ ਜਾਂ ਤੁਸੀਂ ਵੀਡੀਓ ਨੂੰ 2-3 ਵਾਰ ਦੇਖ ਕੇ ਉਹਨੂੰ ਰਿਵਾਈਜ਼ ਕਰ ਲਿਆ ਕਰੋ ਤਾਂ ਕਿ ਤੁਹਾਡੇ ਚੰਗੀ ਤਰ੍ਹਾਂ ਯਾਦ ਹੋ ਜਾਣ ਸਾਰੇ ਕੁਐਸਚਨ, ਠੀਕ ਹੈ ਜੀ। ਅਗਲਾ ਜਿਹੜਾ ਆਪਣਾ ਕੁਐਸਚਨ ਹੈ ਇਹਨਾਂ ਵਿੱਚੋਂ ਕਿਹੜਾ ਅਨੁਛੇਦ ਦਲ ਬਦਲਣ ਦੇ ਵਿਰੁੱਧ ਹੈ? ਵਿਚ ਆਫ ਦੀ ਫੋਲੋਇੰਗ ਆਰਟੀਕਲ ਇਜ਼ ਰਿਲੇਟਡ ਟੂ ਯੂਨੀਫਾਰਮ ਸਿਵਲ ਕੋਡ। ਜਿਹੜੇ ਪਾਰਟੀ ਦੇ ਮਤਲਬ ਉਹ ਆਪਣੇ ਦਲ ਬਦਲੂ, ਮਤਲਬ ਦਲ ਨਹੀਂ ਬਦਲ ਜਾਂਦੇ, ਆਪਣੀ ਪਾਰਟੀ ਚੇਂਜ ਕਰ ਜਾਂਦੇ ਨੇ, ਤਾਂ ਉਹਨਾਂ ਦੇ ਉੱਤੇ ਮਤਲਬ ਆਪਾਂ ਐਕਸ਼ਨ ਲੈ ਸਕਦੇ ਹਾਂ। ਤਾਂ ਉਹ ਕਿਹੜਾ ਆਰਟੀਕਲ ਹੈ, ਕਿਹੜੇ ਆਰਟੀਕਲ ਦੇ ਵਿੱਚ ਲਿਖਿਆ ਹੋਇਆ ਉਹ? ਆਰਟੀਕਲ 48, ਆਰਟੀਕਲ 40, ਆਰਟੀਕਲ 44 ਜਾਂ ਆਰਟੀਕਲ 50। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ ਆਨਸਰ ਨੰਬਰ
3 ਆਰਟੀਕਲ 44 ਯੂਨੀਫਾਰਮ ਸਿਵਲ ਕੋਡ ਨਾਲ ਸੰਬੰਧਿਤ ਹੈ। ਇਹ ਸਿੱਧਾ ਹੀ ਪੁੱਛ ਲੈਂਦੇ ਨੇ ਡਾਇਰੈਕਟ ਕਿ ਇਹਨਾਂ ਵਿੱਚੋਂ ਕਿਹੜਾ ਆਰਟੀਕਲ ਯੂਨੀਫਾਰਮ ਸਿਵਲ ਕੋਡ ਨਾਲ ਸੰਬੰਧਿਤ ਹੈ, ਤਾਂ ਉਹ ਹੈ ਆਰਟੀਕਲ 44। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ। ਇਹਨੂੰ ਇੰਗਲਿਸ਼ ਦੇ ਵਿੱਚ ਯਾਦ ਕਰ ਲਿਆ ਕਰੋ। ਜਿਹੜੀ ਆਪਣੀ ਜੁਡੀਸ਼ਰੀ ਦੀ ਲੈਂਗੁਏਜ ਹੁੰਦੀ ਹੈ, ਠੀਕ ਹੈ, ਜਾਂ ਪੋਲਿਟੀ ਦੀ ਲੈਂਗੁਏਜ ਹੈ, ਇਹ ਪੰਜਾਬੀ ਦੇ ਵਿੱਚ ਥੋੜ੍ਹੀ ਜਿਹੀ ਆਪਾਂ ਨੂੰ ਟਫ ਲੱਗਦੀ ਹੈ ਯਾਦ ਕਰਨੀ, ਕਿਉਂਕਿ ਸ਼ਬਦ ਬਹੁਤ ਔਖੇ ਔਖੇ ਨੇ। ਤਾਂ ਤੁਸੀਂ ਇਹਨੂੰ ਇੰਗਲਿਸ਼ ਦੇ ਵਿੱਚ ਯਾਦ ਕਰਨ ਦੀ ਕੋਸ਼ਿਸ਼ ਕਰਿਆ ਕਰੋ। ਠੀਕ ਹੈ ਜੀ। ਅਗਲਾ ਜਿਹੜਾ ਆਪਣਾ ਕੁਐਸਚਨ ਆ ਉਹ ਇਹਨਾਂ ਵਿੱਚੋਂ ਕਿਹੜਾ ਅਨੁਛੇਦ ਕਾਰਜਪਾਲਿਕਾ ਅਤੇ ਨਿਆਂਪਾਲਿਕਾ ਨੂੰ ਵੱਖ ਕਰਦਾ ਹੈ? ਵਿਚ ਆਫ ਦੀ ਫੋਲੋਇੰਗ ਆਰਟੀਕਲ ਇਜ਼ ਰਿਲੇਟਡ ਟੂ ਸੈਪਰੇਸ਼ਨ ਆਫ ਜੁਡੀਸ਼ਰੀ ਐਂਡ ਐਗਜ਼ੈਕਟਿਵ? ਆਰਟੀਕਲ 48, ਆਰਟੀਕਲ 40, ਆਰਟੀਕਲ 44 ਜਾਂ ਆਰਟੀਕਲ 50? ਇਹਦਾ ਕੀ ਮਤਲਬ ਹੈ ਕਿ ਨਿਆਂਪਾਲਿਕਾ ਅਤੇ ਕਾਰਜਪਾਲਿਕਾ ਮਤਲਬ ਜਿਹੜੇ ਆਪਣੀ ਜੁਡੀਸ਼ਰੀ ਹੈ, ਠੀਕ ਹੈ ਜੀ, ਮਤਲਬ ਜਿਹੜੇ ਆਪਣੇ ਕਾਨੂੰਨ ਬਣਾਉਂਦੇ ਨੇ ਬੰਦੇ, ਅਤੇ ਆਪਣੇ ਜਿਹੜੇ ਲੀਡਰ ਨੇ ਉਹ ਅਲੱਗ-ਅਲੱਗ ਨੇ। ਮਤਲਬ ਉਹ ਕਦੇ ਵੀ ਇਕੱਠੇ ਨਹੀਂ ਕੰਮ ਕਰ ਸਕਦੇ। ਠੀਕ ਹੈ, ਜੁਡੀਸ਼ਰੀ ਦੇ ਕੰਮ ਦੇ ਵਿੱਚ ਜਿਹੜੀ ਐਗਜ਼ੈਕਟਿਵ ਹੈ, ਜਿਹੜੇ ਆਪਣੇ ਲੀਡਰ ਨੇ, ਉਹ ਦਖਲਅੰਦਾਜ਼ੀ ਨਹੀਂ ਦੇ ਸਕਦੇ। ਠੀਕ ਹੈ, ਜੁਡੀਸ਼ਰੀ ਦਾ ਇੱਕ ਅਲੱਗ ਕੰਮ ਹੈ। ਤਾਂ ਕਰਕੇ ਇਹ ਜਿਹੜੀ ਸੈਪਰੇਸ਼ਨ ਆਫ ਪਾਵਰ ਨਾਲ ਸੰਬੰਧਿਤ ਹੈ ਜਿਹੜਾ ਆਪਣਾ ਆਰਟੀਕਲ ਹੈ, ਤਾਂ ਉਹ ਕਿਹੜਾ ਆਰਟੀਕਲ ਹੈ? ਆਰਟੀਕਲ 4। ਆਰਟੀਕਲ 4 ਨਹੀਂ, ਸੌਰੀ, ਆਪਸ਼ਨ ਨੰਬਰ 4 ਆਰਟੀਕਲ 50। ਠੀਕ ਹੈ ਜੀ, 50 ਨੰਬਰ ਆਰਟੀਕਲ ਹੈ ਉਹ, ਜਿਹੜਾ ਕਹਿੰਦਾ ਵੀ ਜਿਹੜੀ ਆਪਣੀ ਜੁਡੀਸ਼ਰੀ ਹੈ ਉਹ ਐਗਜ਼ੈਕਟਿਵ ਤੋਂ ਅਲੱਗ ਹੋਊਗੀ। ਠੀਕ ਹੈ, ਅਲੱਗ ਰਹਿ ਕੇ ਕੰਮ ਕਰੂ, ਉਹਨਾਂ ਦੇ ਕੰਮ ਦੇ ਵਿੱਚ ਕੋਈ ਵੀ ਦਖਲਅੰਦਾਜ਼ੀ ਨਹੀਂ ਕਰ ਸਕਦਾ। ਠੀਕ ਹੈ ਜੀ, ਤਾਂ ਇਹ ਆਪਸ਼ਨ ਨੰਬਰ 4 ਆਰਟੀਕਲ 50। ਅੱਜ ਦੇ ਸੈਸ਼ਨ ਦਾ ਆਪਣਾ ਲਾਸਟ ਕੁਐਸਚਨ ਹੈ ਉਹ ਇਹਨਾਂ ਵਿੱਚੋਂ ਕਿਹੜਾ ਅਨੁਛੇਦ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਨਾਲ ਸੰਬੰਧਿਤ ਹੈ? ਇਹੋ ਜਿਹੇ ਆਰਟੀਕਲ ਇਹ ਪੁੱਛੇ ਹੋਏ ਨੇ ਪਹਿਲਾਂ, ਅਤੇ ਅੱਗੇ ਵੀ ਤੁਹਾਨੂੰ ਇਹੀ ਪੁੱਛੇ ਜਾਣਗੇ। ਬਹੁਤ ਇੰਪੋਰਟੈਂਟ ਆਰਟੀਕਲ ਨੇ। ਠੀਕ ਹੈ, ਆਪਾਂ ਫਾਲਤੂ ਕੁਐਸਚਨ ਇੱਕ ਵੀ ਆਪਣੇ ਸੈਸ਼ਨ ਦੇ ਵਿੱਚ ਨਹੀਂ ਰੱਖਦੇ। ਠੀਕ ਹੈ, ਬਹੁਤ ਰੇਅਰ ਕੁਐਸਚਨ ਨੇ ਅਤੇ ਆਉਣ ਵਾਲੇ ਕੁਐਸਚਨ ਨੇ ਪੇਪਰਾਂ ਦੇ ਵਿੱਚ। ਤਾਂ ਜਿਹੜਾ ਵੀਡੀਓ ਹੈ ਉਹ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਤਾਂ ਕਿ ਇੱਕ ਵੀ ਕੁਐਸਚਨ ਤੁਹਾਡਾ ਮਿਸ ਨਾ ਹੋ ਸਕੇ। ਤਾਂ ਕਿਹੜਾ ਆਰਟੀਕਲ ਹੈ? ਆਰਟੀਕਲ 48, ਆਰਟੀਕਲ 51, ਆਰਟੀਕਲ 44 ਜਾਂ ਆਰਟੀਕਲ 50? ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਨਾਲ, ਇੰਟਰਨੈਸ਼ਨਲ ਪੀਸ ਐਂਡ ਸਿਕਿਉਰਿਟੀ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ ਆਨਸਰ ਨੰਬਰ 2 51। 51 ਨੰਬਰ ਆਰਟੀਕਲ ਹੈ ਜਿਹੜਾ 36 ਤੋਂ ਲੈ ਕੇ 51 ਤੱਕ ਨੇ ਆਪਣੇ DPSP। ਜਿਹੜਾ ਆਪਣਾ ਲਾਸਟ 'ਤੇ ਆਰਟੀਕਲ ਹੈ 51 ਨੰਬਰ, ਉਹ ਕਹਿੰਦਾ ਕਿ ਆਪਾਂ ਜਿਹੜੀ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਬਣਾਈ ਰੱਖਣੀ ਹੈ। ਠੀਕ ਹੈ ਜੀ, ਤਾਂ ਇਹ ਵੀਡੀਓ ਨੂੰ ਤੁਸੀਂ 2-3 ਵਾਰ ਦੇਖ ਲਿਓ ਤਾਂ ਕਿ ਸਾਰੇ ਕੁਐਸਚਨ ਤੁਹਾਡੇ ਚੰਗੀ ਤਰ੍ਹਾਂ ਯਾਦ ਹੋ ਸਕਣ। DPSP ਦੇ ਵਿੱਚੋਂ ਜੇ ਤੁਹਾਨੂੰ ਕੁਐਸਚਨ ਆਊਗਾ ਤਾਂ ਤੁਸੀਂ ਕਦੇ ਵੀ ਗਲਤ ਨਹੀਂ ਕਰਕੇ ਆਉਂਦੇ। ਠੀਕ ਹੈ ਜੀ, ਤਾਂ ਅੱਜ ਦਾ ਜਿਹੜਾ ਆਪਣਾ ਸੈਸ਼ਨ ਹੈ ਉਹ ਇੱਥੇ ਹੀ ਆਪਾਂ ਐਂਡ ਕਰਦੇ ਹਾਂ। ਠੀਕ ਹੈ ਜੀ, ਜੇਕਰ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਵੀਡੀਓ ਨੂੰ ਲਾਈਕ ਕਰ ਦਿਆ ਕਰੋ, ਅੱਗੇ ਸ਼ੇਅਰ ਕਰ ਦਿਆ ਕਰੋ ਤਾਂ ਕਿ ਹੋਰ ਵੀ ਕਿਸੇ ਦਾ ਫਾਇਦਾ ਹੋ ਸਕੇ। ਠੀਕ ਹੈ ਜੀ, ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ 'ਤੇ ਪ੍ਰੈਸ ਕਰ ਲਿਓ। ਬਹੁਤ ਵਧੀਆ ਕੰਟੈਂਟ ਤੁਹਾਡੇ ਲਈ ਲੈ ਕੇ ਆਵਾਂਗੇ ਫ੍ਰੀ ਆਫ ਕਾਸਟ। ਠੀਕ ਹੈ ਜੀ, ਬਟ ਇਹ ਹੈ ਕਿ ਤੁਸੀਂ ਆਪਣੀ ਵਧੀਆ ਤਰੀਕੇ ਨਾਲ ਤਿਆਰੀ ਕਰਨੀ ਹੈ। ਵੀਡੀਓ ਨੂੰ 2-3 ਵਾਰ ਦੇਖ ਕੇ ਉਹਨੂੰ ਰਿਵਾਈਜ਼ ਕਰਨਾ। ਠੀਕ ਹੈ, ਜਿਹੜੀ ਰਿਵੀਜ਼ਨ ਹੈ ਉਹ ਸਭ ਤੋਂ ਵੱਡਾ ਹਥਿਆਰ ਹੈ ਪੇਪਰਾਂ ਨੂੰ ਕਰੈਕ ਕਰਨ ਦਾ। ਠੀਕ ਹੈ ਜੀ, ਜੇ ਤੁਸੀਂ ਰਿਵੀਜ਼ਨ ਨਹੀਂ ਕਰੋਗੇ ਤਾਂ ਤੁਹਾਡੇ ਕੁਐਸਚਨ ਪੜ੍ਹੇ ਦਾ ਕੋਈ ਫਾਇਦਾ ਨਹੀਂ। ਠੀਕ ਹੈ, ਆਪਾਂ ਭੁੱਲ ਜਾਂਦੇ ਹਾਂ। ਜੋ ਤੁਸੀਂ 3-4 ਵਾਰ ਰਿਵਾਈਜ਼ ਕਰ ਲਿਆ ਤੁਸੀਂ ਕੁਐਸਚਨ ਨਹੀਂ ਕਦੇ ਵੀ ਭੁੱਲੋਗੇ। ਠੀਕ ਹੈ, ਅਤੇ ਆਪਣੇ ਸਾਰੇ ਜਿਹੜੇ ਕੁਐਸਚਨ ਆ ਉਹ ਬਹੁਤ ਇੰਪੋਰਟੈਂਟ ਨੇ। ਤਾਂ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਫਾਇਦਾ ਤੁਹਾਨੂੰ ਦੇ ਕੇ ਜਾਊਗੀ। ਠੀਕ ਹੈ, DPSP ਦੇ ਵਿੱਚੋਂ। ਤਾਂ ਅੱਜ ਦੀ ਵੀਡੀਓ ਆਪਾਂ ਇੱਥੇ ਹੀ ਐਂਡ ਕਰਦੇ ਹਾਂ। ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ।